ਸਾਲ 1936 ਰਸ਼ੀਆ ਵਿੱਚ ਕਮਿਊਨਿਸਟਾਂ ਦੀ ਸਰਕਾਰ ਸੀ। ਲੋਕਾਂ ਉੱਪਰ ਬੇਤਹਾਸ਼ਾ ਤਸ਼ੱਦਦ ਕੀਤਾ ਜਾ ਰਿਹਾ ਸੀ ਅਤੇ ਇਸੇ ਰੌਲੇ ਵਿੱਚ ਇੱਕ ਪਰਿਵਾਰ ਸਭ ਕੁਝ ਛੱਡ ਕੇ ਜੰਗਲਾਂ ਵਿੱਚ ਦੌੜ ਗਿਆ ਅਤੇ ਅਗਲੇ 40 ਸਾਲ ਦੁਨੀਆ ਤੋਂ ਲੁਕਿਆ ਰਿਹਾ। ਉਹਨਾਂ ਨੇ ਔਖੇ ਤੋਂ ਔਖੇ ਹਾਲਾਤਾਂ ਦਾ ਸਾਹਮਣਾ ਕੀਤਾ ਪਰ ਕਦੇ ਵੀ ਡੋਲੇ ਨਹੀਂ। ਆਪਣੇ ਕੱਪੜੇ ਉਹਨਾਂ ਨੇ ਉਦੋਂ ਤੱਕ ਪਾਏ ਜਦੋਂ ਤੱਕ ਉਹ ਘਸ-ਘਸ ਕੇ ਟੁਕੜੇ ਨਾ ਹੋ ਗਏ। ਜਦ ਜੁੱਤੀਆਂ ਟੁੱਟ ਗਈਆਂ ਤਾਂ ਦਰਖਤਾਂ ਦੇ ਸੱਕ ਪੈਰਾਂ ਥੱਲੇ ਬੰਨ੍ਹ ਕੇ ਕੰਮ ਚਲਾਇਆ। ਪਰ ਸਾਈਬੇਰੀਆ ਦੇ ਬਰਫੀਲੇ ਜੰਗਲਾਂ ਵਿੱਚ ਉਹ ਜ਼ਿੰਦਾ ਕਿਵੇਂ ਰਹੇ, ਭਿਆਨਕ ਠੰਡ ਤੇ ਜੰਗਲੀ ਜਾਨਵਰਾਂ ਤੋਂ ਕਿਵੇਂ ਬਚੇ, ਆਓ ਅੱਜ ਇਹ ਅਜੀਬੋ-ਗਰੀਬ ਕਿੱਸਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ। ਸਾਈਬੇਰੀਆ ਆਪਣੀ ਭਿਆਨਕ ਸਰਦੀ ਲਈ ਮਸ਼ਹੂਰ ਹੈ। ਕਮਿਊਨਿਸਟਾਂ ਦੇ ਰਾਜ ਵਿੱਚ ਵੀ ਜਿਨ੍ਹਾਂ ਕੈਦੀਆਂ ਨੂੰ ਸਖਤ ਸਜ਼ਾਵਾਂ ਦੇਣੀਆਂ ਹੁੰਦੀਆਂ ਉਹਨਾਂ ਨੂੰ ਸਾਈਬੇਰੀਆ ਦੇ ਬੀਆਬਾਨ ਵਿੱਚ ਬਣੀਆਂ ਜੇਲ੍ਹਾਂ ਵਿੱਚ ਮਰਨ ਲਈ ਸੁੱਟ ਦਿੱਤਾ ਜਾਂਦਾ ਸੀ। ਜਿਸ ਵੀ ਕੈਦੀ ਨੂੰ ਇੱਥੇ ਭੇਜਿਆ ਜਾਂਦਾ ਉਸ ਦੀ ਮੌਤ ਲਗਭਗ ਪੱਕੀ ਹੁੰਦੀ ਸੀ। ਪਰ 1936 ਵਿੱਚ ਕਾਰਪਲਾਈਕੋਵ ਅਤੇ ਉਸ ਦੀ ਪਤਨੀ ਅਕੁਲੀਨਾ ਆਪਣੇ ਦੋ ਬੱਚਿਆਂ ਨਾਲ ਖੁਦ ਹੀ ਇਹਨਾਂ ਜੰਗਲਾਂ ਵਿੱਚ ਭੱਜ ਗਏ। ਉਹ ਬਰਫ਼ ਵਿੱਚ 250 ਕਿਲੋਮੀਟਰ ਪੈਦਲ ਤੁਰਦੇ ਰਹੇ। ਉਸ ਵਕਤ ਉਹਨਾਂ ਦੇ ਇੱਕ ਬੱਚੇ ਦੀ ਉਮਰ 9 ਸਾਲ ਸੀ ਜਦਕਿ ਦੂਜਾ ਸਿਰਫ 2 ਸਾਲ ਦਾ ਸੀ। ਧਾਰਮਿਕ ਤੌਰ ਤੇ ਲਾਈਕੋਵ ਪਰਿਵਾਰ ਓਲਡ ਬਲੀਵਰਾਂ ਵਿੱਚੋਂ ਸੀ ਜੋ 16ਵੀਂ ਸਦੀ ਤੋਂ ਪਹਿਲਾਂ ਦੀਆਂ ਰਸਮਾਂ ਨੂੰ ਮੰਨਦੇ ਸਨ। ਇਸ ਧਰਮ ਦੇ ਲੋਕਾਂ ਉੱਤੇ 1930 ਦੇ ਰਸ਼ੀਆ ਵਿੱਚ ਸਮਾਜਵਾਦੀ ਸਰਕਾਰ ਵੱਲੋਂ ਬਹੁਤ ਜ਼ੁਲਮ ਢਾਇਆ ਗਿਆ। ਕਾਰਪ ਦੇ ਭਰਾ ਨੂੰ ਸਿਰਫ ਇਸ ਗੱਲੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਕਿ ਉਸਨੇ ਆਪਣੀ ਦਾੜੀ ਵਧਾਈ ਹੋਈ ਸੀ। ਕਾਰਪ ਨੂੰ ਵੀ ਸਵੇਰ ਤੱਕ ਦਾੜੀ ਕੱਟ ਦੇਣ ਦੀ ਚੇਤਾਵਨੀ ਦੇ ਕੇ ਜਿੰਦਾ ਛੱਡ ਦਿੱਤਾ ਗਿਆ। ਆਪਣਾ ਘਰ-ਬਾਰ ਛੱਡਣ ਤੋਂ ਇਲਾਵਾ ਉਹਨਾਂ ਕੋਲ ਕੋਈ ਚਾਰਾ ਨਹੀਂ ਸੀ। ਇਸੇ ਕਰਕੇ ਉਹ ਜੰਗਲ ਵੱਲ ਨੂੰ ਤੁਰ ਪਏ। ਇਸ ਔਖੇ ਸਫ਼ਰ 'ਤੇ ਨਿਕਲਣ ਸਮੇਂ ਉਹ ਆਪਣੇ ਘਰੋਂ ਕੁਝ ਕੁ ਚੀਜ਼ਾਂ ਹੀ ਚੱਕ ਸਕੇ, ਜਿਸ ਵਿੱਚ ਕੁਝ ਕੇਤਲੀਆਂ, ਬੀਜ, ਕੱਚਾ ਚਰਖਾ ਤੇ ਲੂਮ ਦੇ ਕੁਝ ਹਿੱਸੇ ਸਨ। ਲੂਮ ਖੱਡੀ ਦੀ ਤਰ੍ਹਾਂ ਕੱਪੜੇ ਬਣਾਉਣ ਦੇ ਕੰਮ ਆਉਂਦਾ ਹੈ। ਜੰਗਲ ਵਿੱਚ ਉਹਨਾਂ ਨੂੰ ਲੋੜੀਂਦੀਆਂ ਚੀਜ਼ਾਂ ਮਿਲਣਾ ਬਹੁਤ ਮੁਸ਼ਕਿਲ ਸੀ। ਹੌਲੀ-ਹੌਲੀ ਉਹਨਾਂ ਦੇ ਕੱਪੜੇ ਵੀ ਪਾਟ ਗਏ, ਪੈਰਾਂ 'ਚ ਪਾਈਆਂ ਜੁੱਤੀਆਂ ਘਸ ਗਈਆਂ। ਆਖਰ ਉਹਨਾਂ ਨੇ ਭੰਗ ਦੇ ਬੂਟਿਆਂ ਨੂੰ ਕੱਪੜੇ ਬਣਾਉਣ ਲਈ ਵਰਤਿਆ ਤੇ ਜੁੱਤੀਆਂ ਦੀ ਥਾਂ ਪੈਰਾਂ ਵਿੱਚ ਦਰਖਤਾਂ ਦੇ ਸੱਕ ਬੰਨ੍ਹ ਲਏ। ਘਰੋਂ ਚੱਕ ਕੇ ਲਿਆਂਦੀਆਂ ਕੇਤਲੀਆਂ ਵੀ ਆਖਰ ਟੁੱਟ ਗਈਆਂ। ਫਿਰ ਰੋਟੀ ਪਾਣੀ ਬਣਾਉਣ ਲਈ ਹਰ ਰੋਜ਼ ਸੰਘਰਸ਼ ਕਰਨਾ ਪੈਂਦਾ। ਉਹਨਾਂ ਦਾ ਪਰਿਵਾਰ ਲਗਾਤਾਰ ਭੁੱਖਮਰੀ ਦੀ ਕਗਾਰ ਉੱਪਰ ਰਹਿ ਰਿਹਾ ਸੀ। ਉਹ ਮੁੱਖ ਤੌਰ 'ਤੇ ਭੰਗ ਦੇ ਬੀਜਾਂ ਅਤੇ ਰਾਈ ਨੂੰ ਮਿਲਾ ਕੇ ਬਣਾਈ ਆਲੂ ਪੈਟੀਜ਼ ਤੋਂ ਬਚੇ ਹੋਏ ਸਨ। ਸਮਾਂ ਇੰਨਾ ਔਖਾ ਸੀ ਕਿ ਉਹ ਹਰ ਸਾਲ ਇਸ ਗੱਲ ਲਈ ਪਰਿਵਾਰਕ ਮੀਟਿੰਗ ਕਰਦੇ ਕਿ ਬਚੇ ਹੋਏ ਅਨਾਜ ਨੂੰ ਉਹ ਖਾਣ ਲਈ ਵਰਤਣ ਜਾਂ ਫਿਰ ਬੀਜਣ ਲਈ ਰੱਖ ਲੈਣ। 1961 ਵਿੱਚ ਕਾਰਪ ਦੀ ਪਤਨੀ ਅਕੁਲੀਨਾ ਭੁੱਖ ਨਾਲ ਮਰ ਗਈ। ਉਸਨੇ ਖਾਣਾ ਲਗਭਗ ਬੰਦ ਹੀ ਕਰ ਦਿੱਤਾ ਸੀ ਤਾਂ ਕਿ ਉਸਦੇ ਬੱਚੇ ਖਾ ਸਕਣ ਅਤੇ ਜਿੰਦਾ ਰਹਿ ਸਕਣ। ਪਰਿਵਾਰ ਦਾ ਹਰ ਮੈਂਬਰ ਭੋਜਨ ਲਈ ਭੱਜ ਦੌੜ ਕਰਦਾ ਸੀ। ਕਾਰਪ ਦਾ ਛੋਟਾ ਪੁੱਤਰ ਦਮਿਤਰੀ ਅਤੇ ਧੀ ਅਗਾਫੀਆ ਜੰਗਲ ਵਿੱਚ ਹੀ ਪੈਦਾ ਹੋਏ ਸਨ। ਦਮਿਤਰੀ ਜਦ ਥੋੜ੍ਹਾ ਵੱਡਾ ਹੋਇਆ ਤਾਂ ਉਸਨੇ ਭੋਜਨ ਲਈ ਜਾਨਵਰਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ। ਜੰਗਲ ਵਿੱਚ ਜੰਮੇ ਪਲੇ ਦਮਿਤਰੀ ਅੰਦਰ ਕਮਾਲ ਦਾ ਸਹਿ ਸੀ। ਉਹ ਅੱਤ ਸਰਦੀ ਅਤੇ ਬਰਫ਼ਬਾਰੀ ਵਿੱਚ ਨੰਗੇ ਪੈਰੀ ਜੰਗਲ ਵਿੱਚ ਜਾਂਦਾ, ਸ਼ਿਕਾਰ ਦਾ ਪਿੱਛਾ ਕਰਦਾ ਰਹਿੰਦਾ, ਘਾਤ ਲਾ ਕੇ ਘੰਟਿਆਂ ਤੱਕ ਬੈਠਾ ਰਹਿੰਦਾ। ਕਈ ਵਾਰ ਉਹ ਜੰਗਲ 'ਚੋਂ ਕਈ ਦਿਨ ਘਰ ਨਾ ਮੁੜਦਾ। ਇੰਨੇ ਔਖੇ ਮੌਸਮ ਵਿੱਚ ਉਹ ਬਿਨਾਂ ਛੱਤ ਦੇ ਬਰਫ਼ ਵਿੱਚ ਹੀ ਰਾਤਾਂ ਕੱਟਦਾ। ਬਿਨਾਂ ਕਿਸੇ ਹਥਿਆਰਾਂ ਦੇ ਸ਼ਿਕਾਰ ਕਰਨਾ ਬਹੁਤ ਔਖਾ ਸੀ ਪਰ ਫਿਰ ਵੀ ਉਸਨੇ ਤਰੀਕੇ ਲੱਭ ਲਏ ਸਨ। ਕਈ ਵਾਰ ਉਹ ਆਪਣੇ ਸ਼ਿਕਾਰ ਦਾ ਉਦੋਂ ਤੱਕ ਪਿੱਛਾ ਕਰਦਾ ਜਦ ਤੱਕ ਉਹ ਜਾਨਵਰ ਥੱਕ ਕੇ ਡਿੱਗ ਨਾ ਪੈਂਦਾ। ਪਰ ਲਗਭਗ 42 ਸਾਲਾਂ ਬਾਅਦ ਇੱਕ ਹੋਰ ਘਟਨਾ ਵਾਪਰੀ। ਸਾਲ 1978 ਵਿੱਚ ਕੁਝ ਵਿਗਿਆਨੀ ਹੈਲੀਕਾਪਟਰ ਰਾਹੀਂ ਉਸੇ ਇਲਾਕੇ ਦਾ ਦੌਰਾ ਕਰ ਰਹੇ ਸਨ। ਹੇਠਾਂ ਦਾ ਦ੍ਰਿਸ਼ ਵੇਖ ਕੇ ਉਹ ਬੜੇ ਹੈਰਾਨ ਹੋਏ। ਉਹਨਾਂ ਨੂੰ ਦੱਸਿਆ ਗਿਆ ਸੀ ਇਸ ਬੀਆਬਾਨ ਵਿੱਚ ਦੂਰ ਤੱਕ ਕੋਈ ਇਨਸਾਨੀ ਵਸੋਂ ਨਹੀਂ ਹੈ, ਪਰ ਉਹਨਾਂ ਨੇ ਵੇਖਿਆ ਕਿ ਹੇਠਾਂ ਇੱਕ ਬਗੀਚਾ ਜਿਹਾ ਬਣਿਆ ਹੋਇਆ ਹੈ ਜਿਸ ਵਿੱਚ ਕਿਆਰੀਆਂ ਬਣਾ ਕੇ ਕੁਝ ਬੀਜਿਆ ਹੋਇਆ ਸੀ। ਉਹਨਾਂ ਨੇ ਹੇਠਾਂ ਉਤਰ ਕੇ ਵੇਖਣ ਦਾ ਫੈਸਲਾ ਕੀਤਾ। ਉਹਨਾਂ ਨੇ ਹੈਲੀਕਾਪਟਰ ਉਤਾਰਨ ਲਈ ਥਾਂ ਲੱਭਿਆ ਅਤੇ ਉਸ ਬਗੀਚੇ ਦੀ ਜਾਂਚ ਕਰਨ ਲਈ ਤੁਰ ਪਏ। ਉਦੋਂ ਸਾਈਬੇਰੀਆ ਵਿੱਚ ਗਰਮੀਆਂ ਦਾ ਮੌਸਮ ਸੀ, ਬਰਫ਼ ਪਿਘਲ ਚੁੱਕੀ ਸੀ। ਗਰਮੀਆਂ ਦੇ ਮੌਸਮ ਵਿੱਚ ਲਾਈਕੋਵ ਪਰਿਵਾਰ ਇੱਥੇ ਆਲੂ ਅਤੇ ਰਾਈ ਬੀਜ ਲੈਂਦਾ ਸੀ, ਜਿਸ ਨਾਲ ਉਹਨਾਂ ਦਾ ਰੋਟੀ ਪਾਣੀ ਸੌਖਾ ਚੱਲਦਾ ਰਹਿੰਦਾ ਸੀ। ਵਿਗਿਆਨੀ ਜਦ ਨੇੜੇ ਗਏ ਤਾਂ ਉਹਨਾਂ ਨੂੰ ਲੱਕੜ ਦੀ ਇੱਕ ਝੋਪੜੀ ਜਿਹੀ ਦਿਸੀ ਜਿਸ ਅੰਦਰ 6 ਜੀਆਂ ਦਾ ਪਰਿਵਾਰ ਰਹਿ ਰਿਹਾ ਸੀ। ਜਦ ਪਹਿਲੀ ਵਾਰ ਕਾਰਪ ਦੇ ਪਰਿਵਾਰ ਨੇ ਵਿਗਿਆਨੀਆਂ ਨੂੰ ਦੇਖਿਆ ਤਾਂ ਉਹ ਬਹੁਤ ਡਰੇ ਹੋਏ ਸਨ। ਵਿਗਿਆਨੀ ਉਸ ਝੋਪੜੀ ਦੇ ਕੋਲ ਗਏ। ਇਹ ਬਹੁਤ ਹੀ ਛੋਟੀ ਤੰਗ ਜਿਹੀ ਇੱਕ ਕਮਰੇ ਦੀ ਥਾਂ ਸੀ। ਫਰਸ਼ 'ਤੇ ਚੀਜ਼ਾਂ ਖਿਲਰੀਆਂ ਪਈਆਂ ਸਨ। ਇੱਕ ਕੋਨੇ ਵਿੱਚ 2 ਕੁੜੀਆਂ ਡਰੀਆਂ ਖੜੀਆਂ ਸਨ। ਵਿਗਿਆਨੀ ਥੋੜ੍ਹਾ ਪਿੱਛੇ ਹੋ ਕੇ ਖੜ੍ਹ ਗਏ ਤਾਂ ਜੋ ਉਹ ਪਰਿਵਾਰ ਆਪਣੇ ਡਰ ਅਤੇ ਹੈਰਾਨੀ 'ਚੋਂ ਬਾਹਰ ਆ ਸਕੇ ਅਤੇ ਉਹਨਾਂ ਨਾਲ ਗੱਲ ਕਰ ਸਕੇ। ਕਾਰਪ ਦੀਆਂ ਧੀਆਂ ਆਪਣੀ ਵੱਖਰੀ ਹੀ ਭਾਸ਼ਾ ਬੋਲਦੀਆਂ ਸਨ
ਉਹ ਇੱਕ ਦੂਜੇ ਨਾਲ ਹੌਲੀ-ਹੌਲੀ ਘੁਸਰ-ਫੁਸਰ ਵਿੱਚ ਗੱਲਾਂ ਕਰਦੀਆਂ। ਅਗਾਫੀਆ ਤੇ ਦਮਿਤਰੀ ਨੇ ਤਾਂ ਬਾਹਰੀ ਦੁਨੀਆ ਵੇਖੀ ਨਹੀਂ ਸੀ, ਪਰ ਉਹਨਾਂ ਨੂੰ ਦੁਨੀਆ ਬਾਰੇ ਬਹੁਤ ਕੁਝ ਪਤਾ ਸੀ। ਉਹਨਾਂ ਨੇ ਆਪਣੇ ਮਾਂ-ਪਿਓ ਦੀਆਂ ਕਹਾਣੀਆਂ ਤੇ ਯਾਦਾਂ ਤੋਂ ਹੀ ਦੁਨੀਆ ਬਾਰੇ ਸੁਣਿਆ ਸੀ। ਉਹ ਉਹਨਾਂ ਥਾਵਾਂ ਬਾਰੇ ਜਾਣਦੇ ਸਨ ਜਿਨ੍ਹਾਂ ਨੂੰ ਸ਼ਹਿਰ ਕਿਹਾ ਜਾਂਦਾ ਸੀ, ਜਿੱਥੇ ਮਨੁੱਖ ਰਹਿੰਦੇ ਸਨ, ਉੱਚੀਆਂ-ਉੱਚੀਆਂ ਇਮਾਰਤਾਂ ਵਿੱਚ ਇਕੱਠੇ ਹੁੰਦੇ ਸਨ। ਉਹਨਾਂ ਕੋਲ ਪੜ੍ਹਨ ਵਾਲੀਆਂ ਕੁਝ ਧਾਰਮਿਕ ਕਿਤਾਬਾਂ ਅਤੇ ਬਾਈਬਲ ਵੀ ਸੀ। ਜਦੋਂ ਵਿਗਿਆਨੀਆਂ ਵਿੱਚੋਂ ਇੱਕ ਨੇ ਉਹਨਾਂ ਨੂੰ ਖਾਣ ਲਈ ਰੋਟੀ ਦੇਣੀ ਚਾਹੀ ਤਾਂ ਇੱਕ ਧੀ ਨੇ ਜਵਾਬ ਦਿੱਤਾ, ਸਾਨੂੰ ਇਸ ਦੀ ਇਜਾਜ਼ਤ ਨਹੀਂ ਹੈ। ਅਸਲ ਵਿੱਚ ਉਹਨਾਂ ਨੇ ਅਜਿਹਾ ਭੋਜਨ ਕਦੇ ਦੇਖਿਆ ਹੀ ਨਹੀਂ ਸੀ। ਉਹਨਾਂ ਦੇ ਖਾਣੇ ਵਿੱਚ ਤਾਂ ਸਵਾਦ ਨਾ ਮਾਤਰ ਜਿਹਾ ਹੀ ਹੁੰਦਾ ਸੀ। ਉਹਨਾਂ ਕੋਲ ਮਨੋਰੰਜਨ ਦੇ ਵੀ ਕੋਈ ਸਾਧਨ ਨਹੀਂ ਸਨ। ਉਹਨਾਂ ਦਾ ਮੁੱਖ ਮਨੋਰੰਜਨ ਇੱਕ ਦੂਜੇ ਨੂੰ ਆਪਣੇ ਸੁਪਨੇ ਸੁਣਾਉਣਾ ਤੇ ਦੂਜਿਆਂ ਦੇ ਸੁਪਨੇ ਸੁਣਨਾ ਹੀ ਸੀ। ਇਸੇ ਵਿੱਚ ਹੀ ਉਹ ਖੁਸ਼ ਹੋ ਲੈਂਦੇ ਸਨ। ਵਿਗਿਆਨੀਆਂ ਨੇ ਉੱਥੋਂ ਆ ਕੇ ਜਦ ਦੁਨੀਆ ਨੂੰ ਉਸ ਪਰਿਵਾਰ ਬਾਰੇ ਦੱਸਿਆ ਤਾਂ ਰਾਤੋਂ ਰਾਤ ਉਹ ਰਸ਼ੀਆ ਵਿੱਚ ਮਸ਼ਹੂਰ ਹੋ ਗਏ। ਸਾਰੀ ਦੁਨੀਆ ਉਹਨਾਂ ਨੂੰ ਜਾਣਨ ਲੱਗ ਪਈ। ਪਰ ਉਸ ਤੋਂ ਬਾਅਦ ਵੀ ਉਹਨਾਂ ਨੇ ਆਪਣਾ ਘਰ ਨਹੀਂ ਛੱਡਿਆ। ਪਰ ਉਹਨਾਂ ਦੀ ਖੋਜ ਤੋਂ ਥੋੜੀ ਦੇਰ ਬਾਅਦ ਉਸ ਪਰਿਵਾਰ ਨਾਲ ਇੱਕ ਵੱਡਾ ਭਾਣਾ ਵਾਪਰ ਗਿਆ। ਪਹਿਲਾਂ ਉਸ ਪਰਿਵਾਰ ਦੇ ਵੱਡੇ 2 ਬੱਚੇ ਬਿਮਾਰੀ ਕਾਰਨ ਮਰ ਗਏ ਅਤੇ ਸਾਲ 1981 ਵਿੱਚ ਕਾਰਪ ਦੇ ਛੋਟੇ ਮੁੰਡੇ ਦਮਿਤਰੀ ਨੂੰ ਵੀ ਨਮੂਨੀਆ ਹੋ ਗਿਆ। ਉਸ ਨੂੰ ਇਹ ਇਨਫੈਕਸ਼ਨ ਬਾਹਰੀ ਕਿਸੇ ਇਨਸਾਨ ਦੇ ਸੰਪਰਕ ਤੋਂ ਹੀ ਹੋਈ ਸੀ। ਦਮਿਤਰੀ ਨੂੰ ਹਸਪਤਾਲ ਜਾਣ ਦੀ ਪੇਸ਼ਕਸ਼ ਵੀ ਕੀਤੀ ਗਈ, ਪਰ ਉਸਨੇ ਆਪਣੇ ਪਰਿਵਾਰ ਅਤੇ ਧਰਮ ਨੂੰ ਛੱਡਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਸਾਨੂੰ ਇਸ ਦੀ ਇਜਾਜ਼ਤ ਨਹੀਂ ਹੈ। ਮਰਨ ਤੋਂ ਪਹਿਲਾਂ ਉਸਦੇ ਆਖਰੀ ਬੋਲ ਸਨ, ਬੰਦਾ ਉਸ ਤਰ੍ਹਾਂ ਹੀ ਰਹਿੰਦਾ ਹੈ ਜਿਸ ਤਰ੍ਹਾਂ ਉਹ ਪਰਮਾਤਮਾ ਰੱਖਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ 1936 ਤੋਂ 1978 ਤੱਕ 42 ਸਾਲ ਉਹ ਬਾਹਰੀ ਲੋਕਾਂ ਤੋਂ ਦੂਰ ਰਹੇ ਤੇ ਔਖੇ ਹਾਲਾਤਾਂ ਦੇ ਬਾਵਜੂਦ ਵੀ ਤੰਦਰੁਸਤ ਰਹੇ। ਪਰ ਲੋਕਾਂ ਦੇ ਸੰਪਰਕ ਵਿੱਚ ਆਉਣ ਤੇ 3 ਸਾਲਾਂ ਵਿੱਚ ਹੀ 5 ਵਿੱਚੋਂ 3 ਜਣਿਆਂ ਦੀ ਮੌਤ ਹੋ ਗਈ। ਇਹ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਸੀ। ਹੋ ਸਕਦਾ ਹੈ ਕਿ ਇਹ ਬਿਮਾਰੀਆਂ ਉਹਨਾਂ ਨੂੰ ਬਾਹਰੀ ਲੋਕਾਂ ਤੋਂ ਹੀ ਹੋਈਆਂ ਹੋਣ, ਪਰ ਆਪਣੇ 3 ਬੱਚਿਆਂ ਨੂੰ ਪਹਾੜੀਆਂ ਵਿੱਚ ਦਫਨਾਉਣ ਤੋਂ ਬਾਅਦ ਵੀ ਕਾਰਪ ਨੇ ਆਪਣਾ ਘਰ ਨਹੀਂ ਛੱਡਿਆ। ਕਾਰਪ ਲਾਈਕੋਵ ਜੋ ਬਹੁਤ ਬਜ਼ੁਰਗ ਹੋ ਚੁੱਕਾ ਸੀ, 1988 ਵਿੱਚ ਆਪਣੀ ਉਮਰ ਭੋਗ ਕੇ ਉਹ ਵੀ ਦੁਨੀਆ ਤੋਂ ਤੁਰ ਗਿਆ ਤੇ ਉਸ ਦੀ ਇਕਲੌਤੀ ਬੱਚੀ ਧੀ ਅਗਾਫੀਆ ਉਸ ਉਜਾੜ ਵਿੱਚ ਇਕੱਲੀ ਰਹਿ ਗਈ। ਉਦੋਂ ਤੋਂ ਲੈ ਕੇ ਹੁਣ ਤੱਕ ਅਗਾਫੀਆ ਲਾਈਕੋਵ ਉਹਨਾਂ ਜੰਗਲਾਂ ਵਿੱਚ ਇਕੱਲੀ ਰਹਿੰਦੀ ਹੈ। ਅੱਜ ਵੀ ਉਹ ਉੱਥੇ ਹੀ ਰਹਿ ਰਹੀ ਹੈ। ਉਸਨੇ ਉੱਥੇ ਹੀ ਆਪਣਾ ਨਵਾਂ ਘਰ ਬਣਾ ਲਿਆ ਹੈ। 80 ਸਾਲ ਦੀ ਉਮਰ ਵਿੱਚ ਅੱਜ ਵੀ ਉਹ ਰਾਤਾਂ ਨੂੰ ਲੱਕੜਾਂ ਕੱਟਣ ਜਾਂਦੀ ਹੈ। ਚਾਹੇ ਅਗਾਫੀਆ ਕਦੇ ਸਕੂਲ ਕਾਲਜ ਨਹੀਂ ਗਈ, ਪਰ ਉਹ ਆਪਣੀ ਮਾਤ ਭਾਸ਼ਾ ਬਖੂਬੀ ਪੜ੍ਹ ਲਿਖ ਲੈਂਦੀ ਹੈ। ਅੱਜ ਵੀ ਅਗਾਫੀਆ ਲਾਈਕੋਵ ਦੁਨੀਆ ਦੀ ਚਮਕ ਦਮਕ ਤੋਂ ਦੂਰ ਆਪਣੇ ਛੋਟੇ ਜਿਹੇ ਲੱਕੜ ਦੇ ਘਰ ਵਿੱਚ ਇਕੱਲੀ ਰਹਿੰਦੀ ਹੈ। ਬਜ਼ੁਰਗ ਹੋ ਜਾਣ ਕਾਰਨ ਉਸ ਨੂੰ ਹੁਣ ਸਰਕਾਰੀ ਮਦਦ ਵੀ ਮਿਲ ਰਹੀ ਹੈ। ਉਸਨੇ 3 ਬਿੱਲੀਆਂ, 1 ਕੁੱਤਾ ਤੇ 6 ਬੱਕਰੀਆਂ ਵੀ ਪਾਲੀਆਂ ਹੋਈਆਂ ਹਨ। ਬੱਕਰੀਆਂ ਲਈ ਘਾਹ ਵਗੈਰਾ ਸਰਕਾਰ ਵੱਲੋਂ ਮੁਹੱਈਆ ਕਰਾ ਦਿੱਤਾ ਜਾਂਦਾ, ਪਰ ਰੋਜ਼ ਉਹਨਾਂ ਦੀ ਸਾਂਭ ਸੰਭਾਲ ਖੁਦ ਹੀ ਕਰਦੀ ਹੈ। ਜਿੱਥੇ ਅਗਾਫੀਆ ਲਾਈਕੋਵ ਰਹਿ ਰਹੀ ਹੈ ਉਹ ਇੱਕ ਜੰਗਲੀ ਇਲਾਕਾ ਹੈ, ਜਿੱਥੇ ਜੰਗਲੀ ਜਾਨਵਰ ਵੀ ਆਉਂਦੇ ਰਹਿੰਦੇ ਹਨ। ਐਸੇ ਸਮੇਂ ਵਿੱਚ ਉਹ ਹਫ਼ਤਾ ਬਾਹਰ ਨਹੀਂ ਨਿਕਲਦੀ। ਅੰਦਰ ਬੈਠੀ ਉਹ ਜ਼ਿਆਦਾਤਰ ਸਮਾਂ ਪਾਠ ਪੂਜਾ ਕਰਦੀ ਰਹਿੰਦੀ ਹੈ। ਪਰ ਅਗਾਫੀਆ ਅੱਜ ਵੀ ਪੱਥਰਾਂ ਨਾਲ ਅੱਗ ਬਾਲਦੀ ਹੈ। ਬਿਜਲੀ ਦੀਆਂ ਸੁੱਖ ਸਹੂਲਤਾਂ ਤੋਂ ਦੂਰ ਸਿਰਫ ਆਪਣੇ ਅਟੁੱਟ ਧਾਰਮਿਕ ਵਿਸ਼ਵਾਸ ਸਦਕਾ ਉਹ ਇਕੱਲੀ ਹੋ ਕੇ ਵੀ ਕਦੇ ਇਕੱਲੀ ਨਹੀਂ, ਤੇ ਅਸੀਂ ਭੀੜਾਂ ਵਿੱਚ ਵੀ ਇਕੱਲੇ ਹਾਂ। ਧੰਨਵਾਦ।